ਪਰ ਪੰਜਾਬੀਆਂ ਨੂੰ ਨਾ ਉੱਥੇ ਰੁਜ਼ਗਾਰ ਮਿਲਿਆ, ਨਾ ਪ੍ਰਦੂਸ਼ਣ ਨਾਲ ਸਿਹਤ ਵਿਗੜ ਗਈ। ਇਹਦੇ ਬਾਰੇ ਕਿਤੇ ਗੱਲ ਨਹੀਂ ਕੀਤੀ। ਸਭ ਹਿੱਸੇ ਵਾਲੀ ਗੱਲ ਹੈ, ਹਿੱਸਾ ਰੱਖਿਆ ਹੋਇਆ ਹੈ। ਇੱਥੇ SHO ਸ਼ਿਪਸ ਵੇਚੀਆਂ ਗਈਆਂ ਨੇ, ਮਹੀਨੇ ਬੰਨੇ ਗਏ ਨੇ। ਤਹਿਸੀਲਦਾਰ ਨਾਇਬ ਤਹਿਸੀਲਦਾਰ ਦੇ ਆਫਿਸ 'ਚ ਕਰਪਸ਼ਨ ਹੈ। ਇਹਨਾਂ ਚੀਜ਼ਾਂ ਨੂੰ ਕਾਊਂਟਰ ਕਿਵੇਂ ਕਰੋਗੇ ਤੁਸੀਂ? ਮੈਂ ਤਾਂ CBI ਦੀ ਇਨਕੁਆਇਰੀ ਮੰਗਾਂਗਾ ਕਿ ਇੱਥੇ ਜੋ ਹੋਇਆ ਹੈ, ਜਿਹੜੇ ਆਪਸ 'ਚ ਦੋਨੋਂ ਹੁਣ ਪਾਰਟਨਰ ਨੇ ਇਨ ਕ੍ਰਾਈਮ ਆਫ ਲੂਟਿੰਗ ਦੀ ਪੀਪਲ ਆਫ ਤਲਵੰਡੀ ਸਾਬੋ। ਹਲਕਾ ਤਲਵੰਡੀ ਸਾਬੋ ਦੇ ਵਿੱਚ ਇਸ ਵਕਤ ਤੁਹਾਡੇ ਨਾਲ ਜੁੜੇ ਹੋਏ ਆ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ। ਸਾਡੀ ਗੱਲਬਾਤ ਜਿਹੜੀ ਆ ਜਿਵੇਂ ਜਿਵੇਂ ਅੱਗੇ ਵਧੇਗੀ, ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇਣਾ, ਕਮੈਂਟ ਵੀ ਜ਼ਰੂਰ ਕਰਨਾ। ਸੋ ਹੇਠਾਂ ਕਮੈਂਟਸ ਦੇ ਵਿੱਚ ਜੇਕਰ ਤੁਹਾਡੇ ਜੀਤ ਮਹਿੰਦਰ ਜੀ ਨਾਲ ਸਵਾਲਾਤ ਨੇ ਤਾਂ ਤੁਸੀਂ ਉਹ ਵੀ ਕਰ ਦੇਣਾ। ਅਗਲੀ ਇੰਟਰਵਿਊ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਵੀ ਲਵਾਂਗੇ। ਜੀਤ ਮਹਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਜੀਤ ਮਹਿੰਦਰ ਜੀ, ਵੇਖਿਆ ਜਾਵੇ ਤਾਂ ਕਿੰਨੀ ਵਾਰੀ ਚੋਣ ਲੜ ਰਹੇ ਹੋ ਤੇ ਪਿੱਛੇ ਦਾ ਇਤਿਹਾਸ ਜਾਂ ਕੀ ਤੁਹਾਡੇ ਕ੍ਰੈਡਿਟਸ ਨੇ ਜਿਹੜੇ? ਦੇਖੋ ਜੀ, ਚੋਣਾਂ ਤਾਂ ਬਹੁਤ ਲੜੀਆਂ, ਪਰ ਲੋਕਾਂ ਦਾ ਪਿਆਰ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹਲਕਾ ਤਲਵੰਡੀ ਸਾਬੋ ਤੋਂ ਮੈਂ ਲਗਾਤਾਰ 4 ਵਾਰ MLA ਰਿਹਾ ਤੇ ਮੈਨੂੰ ਆਪਦੇ ਹਲਕਾ ਤਲਵੰਡੀ ਸਾਬੋ ਦੀ ਜਿਹੜਾ ਪਵਿੱਤਰ ਸਥਾਨ ਹੈ ਦਮਦਮਾ ਸਾਹਿਬ, ਜਿਹੜਾ ਤਲਵੰਡੀ ਸਾਬੋ ਹਲਕੇ ਦੇ ਵਿੱਚ ਆਉਂਦਾ ਹੈ, ਮੈਨੂੰ ਮਾਣ ਮਿਲਿਆ ਹੈ ਸੇਵਾ ਕਰਨ ਦਾ ਇਸ ਪਵਿੱਤਰ ਹਲਕੇ ਦਾ। ਮੈਂ ਵੇਖ ਰਿਹਾ ਸੀਗਾ ਤੁਹਾਡੇ ਕੁਝ ਪੋਸਟਰਸ ਦੇ ਉੱਤੇ ਲੱਗਿਆ ਸੀਗਾ ਨਸ਼ੇ ਦੇ ਮਸਲੇ ਨੂੰ ਤੁਸੀਂ ਲੈ ਕੇ ਚੱਲੇ ਹੋ। ਇਹ 4 ਵਾਰ ਰਹੇ ਹੋ ਨਸ਼ੇ ਦੇ ਉੱਤੇ, ਕੀ ਤੁਸੀਂ ਵੇਖਿਆ ਕਿ ਨਸ਼ਾ ਕਾਬੂ ਕਿਉਂ ਨਹੀਂ ਹੋ ਰਿਹਾ? ਦੇਖੋ ਜੀ, ਅਸੀਂ ਇੱਕ ਪ੍ਰਣ ਕੀਤਾ ਹੈ, ਮੈਂ ਲੋਕਾਂ ਨਾਲ ਵੀ ਵਾਅਦਾ ਕੀਤਾ ਤੇ ਜ਼ਬਾਨ ਕੀਤੀ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ, ਮੈਂ ਇੱਥੋਂ MLA ਬਣਾ ਤੇ ਜਿਹੜਾ ਇਹ ਚਿੱਟੇ ਦਾ ਨਸ਼ੇ ਦਾ ਹੜ੍ਹ ਵਗ ਰਿਹਾ ਪੰਜਾਬ 'ਚ ਅੱਜ, ਉਹਨੂੰ ਪੰਜਾਬ ਦਾ ਤਾਂ ਮੈਂ ਕਹਿ ਨਹੀਂ ਸਕਦਾ, ਪਰ ਜਿੱਥੇ ਤੱਕ ਮੇਰੀ ਜ਼ਿੰਮੇਵਾਰੀ ਹਲਕਾ ਤਲਵੰਡੀ ਸਾਬੋ ਦੀ ਹੈ, ਇੱਥੋਂ ਅਸੀਂ ਇਹ ਨਸ਼ਾ ਚਿੱਟਾ 100% ਖ਼ਤਮ ਕਰ ਦਿਆਂਗੇ। ਕਿਉਂਕਿ ਅੱਜ ਘਰ ਘਰ ਇਹ ਬਿਮਾਰੀ ਫੈਲ ਗਈ ਹੈ ਤੇ ਕੋਈ ਵੀ ਨੌਜਵਾਨ ਇਸ ਚੀਜ਼ ਤੋਂ ਬਚ ਨਹੀਂ ਸਕ ਰਿਹਾ, ਕਿਉਂਕਿ ਗੈਂਗਸ ਤੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰਨ ਵਾਸਤੇ, ਜਿਹੜੀ ਕਿ ਜੇ ਕਿਸੇ ਨੇ ਠੱਲ ਨਾ ਪਾਈ ਤਾਂ ਆਉਣ ਵਾਲਾ ਭਵਿੱਖ ਪੰਜਾਬ ਦਾ ਤੇ ਪੰਜਾਬ ਦੇ ਨੌਜਵਾਨਾਂ ਦਾ ਬਹੁਤ ਮਾੜਾ ਹੋਣਾ ਹੈ ਜੀ। ਅੱਛਾ, ਇੱਕ ਚੀਜ਼ ਦੱਸੋ, ਤੁਸੀਂ ਗੱਲ ਕੀਤੀ ਹੈ ਨਸ਼ੇ ਨੂੰ ਠੱਲ ਪਾਉਣ ਦੀ, ਹੋਰ ਕੀਤੀ, ਤੁਹਾਨੂੰ ਯਾਦ ਹੋਏਗਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਤੇ ਤਲਵੰਡੀ ਸਾਬੋ ਵੱਲ ਹੱਥ ਕੀਤਾ ਸੀਗਾ ਕਿ ਮੈਂ ਜਿਹੜਾ ਵੀ ਇਸ ਨੂੰ ਠੱਲ ਪਾ ਦਿਆਂਗਾ। ਉਹ 4.5 ਸਾਲ ਦੇ ਵਿੱਚ ਕੁਛ ਨਹੀਂ ਕਰ ਪਾਏ ਤੇ ਅਖੀਰ ਜੇਕਰ ਗੱਲ ਕਰੀਏ ਤੇ ਇਲਜ਼ਾਮਾਤ ਵੀ ਸਦਾ ਅਕਾਲੀ ਦਲ ਵੱਲੋਂ ਵੀ ਉਹਨਾਂ ਤੇ ਲੱਗਦੇ ਰਹੇ ਨੇ, ਤੇ ਤੁਸੀਂ ਕਿਸ ਬਿਨਾਂ ਦੇ ਉੱਤੇ ਗੱਲ ਕਰ? ਦੇਖੋ ਜੀ, ਮੈਂ ਸਮਝਦਾ ਜਿਹੜੇ ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਦਮਦਮਾ ਸਾਹਿਬ ਕੰਨੀ ਕਹਿ ਕੇ ਇਹ ਆਪਦੇ ਅਲਫਾਜ਼ ਬੋਲੇ ਕਿ ਮੈਂ ਸਹੁੰ ਖਾਨਾ ਦਮਦਮਾ ਸਾਹਿਬ ਦੇ ਕਰਕੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਤੇ ਮੈਂ ਨਸ਼ੇ 4 ਹਫ਼ਤੇ 'ਚ ਖ਼ਤਮ ਕਰ ਦਿਆਂਗਾ। ਮੈਂ ਕਹਿੰਦਾ ਖ਼ਤਮ ਤਾਂ ਕੀ ਕਰਨਾ, 10 ਗੁਣਾ ਇਹ ਵੱਧ ਗਏ ਨੇ। ਸੋ ਇਸ ਕਰਕੇ ਹੀ ਜਿੱਥੇ ਅਸੀਂ ਪਿਛਲੇ ਸਮੇਂ 'ਚ ਜਾਂਦੇ ਰਹੇ ਹਾਂ, ਉੱਥੇ ਉਹ ਘਰਾਂ 'ਚ ਵੀ ਗਏ ਹਾਂ ਜਿੱਥੇ ਨੌਜਵਾਨ ਵੀਰ 18 ਸਾਲ ਦਾ, ਕੋਈ 20 ਸਾਲ ਦਾ, ਕੋਈ ਨਵਾਂ ਵਿਆਹਿਆ ਇਸ ਨਸ਼ੇ ਕਰਕੇ, ਚਿੱਟੇ ਕਰਕੇ ਆਪਦੀ ਜਾਨ ਗਵਾ ਗਿਆ ਹੈ। ਕਈ ਘਰ ਖਾਲੀ ਹੋ ਗਏ ਨੇ, ਕਿਉਂਕਿ ਅੱਜ ਕੱਲ੍ਹ ਦੇਖੋ ਪਰਿਵਾਰ ਛੋਟੇ ਪਰਿਵਾਰ ਨੇ, 1 ਬੱਚਾ ਹੈ, 2 ਬੱਚੇ ਨੇ। ਸੋ ਜੇ ਇੱਕੋ ਬੱਚਾ ਹੈ ਜਿਹਦੇ ਹਲੇ ਦਾਦਾ ਦਾਦੀ ਬੈਠੇ ਨੇ, ਨਾਨਾ ਨਾਨੀ ਬੈਠੇ ਨੇ, ਮਾਂ ਪਿਓ ਬੈਠੇ ਨੇ, ਉਹਨਾਂ ਦਾ ਹੁਣ ਸਹਾਰਾ ਕੌਣ ਰਹਿ ਗਿਆ? ਸੋ ਉਸ 'ਚ ਉੱਥੇ ਬੈਠ ਕੇ ਉਹ ਦਰਦ ਦੇਖਿਆ ਨਹੀਂ ਜਾਂਦਾ। ਸੋ ਇਸ ਕਰਕੇ ਮੈਂ ਇਹ ਆਪਦੇ ਮਨ 'ਚ ਲਾਈ ਗੱਲ ਕਿ ਲੋਕਾਂ ਦਾ ਦਰਦ, ਜੋ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ, ਤੇ ਸਭ ਤੋਂ ਵੱਡੀ ਸੇਵਾ ਦੇਖੋ, ਗਲੀਆਂ ਵੀ ਬਣ ਜਾਣਗੀਆਂ, ਨਾਲੀਆਂ ਵੀ ਬਣ ਜਾਣਗੀਆਂ, ਹੋਰ ਸਾਰੇ ਡਿਵੈਲਪਮੈਂਟ ਸੋ ਕਾਲਡ ਵਿਕਾਸ ਦੇ ਕੰਮ ਵੀ ਹੋ ਜਾਣਗੇ, ਪਰ ਜੇ ਬੱਚੇ ਹੀ ਨਾ ਰਹੇ, ਜੇ ਜਵਾਨੀ ਨਾ ਰਹੀ, ਤੇ ਇਹ ਸੜਕਾਂ ਤੇ ਗਲੀਆਂ ਤੇ ਫਿਰਨਾ ਕਿਹਨੇ ਹੈ? ਸੋ ਇਸ ਕਰਕੇ ਉਹ ਮੁੱਦਾ ਇੱਕ ਵੱਡਾ ਸਾਡੇ ਹਲਕੇ 'ਚ ਵੀ, ਕਿਉਂਕਿ ਸਾਡਾ ਹਲਕਾ ਲੱਗਦਾ ਹਰਿਆਣੇ ਬਾਰਡਰ ਦੇ ਨਾਲ ਜੀ। ਸੋ ਉੱਥੋਂ ਜਿੰਨਾ ਨਸ਼ਾ ਆ ਰਿਹਾ ਹੈ ਤੇ ਇਹ ਸਰਕਾਰ ਦੇ ਨੁਮਾਇੰਦੇ, ਕਾਂਗਰਸ ਪਾਰਟੀ ਦੇ ਨੁਮਾਇੰਦੇ ਪੁਲਿਸ ਵਾਲੇ ਨਾਲ ਮਿਲ ਕੇ ਇਹ ਨਸ਼ੇ ਨੂੰ ਵਾਧਾ ਕਰਾ ਰਹੇ ਨੇ। ਨਹੀਂ ਤਾਂ ਜੇ ਪੁਲਿਸ ਚਾਹੇ, ਲੋਕਲ SHO ਚਾਹੇ,
ਲੋਕਲ ਪੁਲਿਸ ਵਾਲੇ ਚਾਹੁਣ, ਕਿਉਂਕਿ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਕੌਣ ਕਿੱਥੋਂ ਲਿਆ ਕੇ ਆ ਰਿਹਾ ਹੈ। ਸਭ ਹਿੱਸੇ ਵਾਲੀ ਗੱਲ ਹੈ, ਹਿੱਸਾ ਰੱਖਿਆ ਹੋਇਆ ਹੈ। ਇੱਥੇ SHO ਸ਼ਿਪਸ ਵੇਚੀਆਂ ਗਈਆਂ ਨੇ, ਮਹੀਨੇ ਬੰਨੇ ਗਏ ਨੇ। ਤਹਿਸੀਲਦਾਰ ਨਾਇਬ ਤਹਿਸੀਲਦਾਰ ਦੇ ਆਫਿਸ 'ਚ ਕਰਪਸ਼ਨ ਹੈ। ਜਿੱਥੇ ਕਰਪਸ਼ਨ ਹੈ, ਜਿੱਥੇ ਪੈਸੇ ਦੀ ਗੱਲ ਹੈ, ਉੱਥੇ ਇਹ ਬਿਮਾਰੀ ਖਤਮ ਨਹੀਂ ਹੋ ਸਕਦੀ। ਅਸੀਂ ਵਚਨ ਦਿੱਤਾ ਹੈ ਆਪਦੇ ਹਲਕੇ ਦੇ ਤਲਵੰਡੀ ਸਾਬੋ ਵਾਲਿਆਂ ਨੂੰ, ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਪਿਛਲੇ 25-26 ਸਾਲ ਇਸ ਹਲਕੇ ਦੀ ਸੇਵਾ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਜਦ ਤੱਕ ਰੱਬ ਨੇ ਸਾਥ ਦਿੱਤੇ ਨੇ। ਤੇ ਲੋਕਾਂ ਨੂੰ ਵੀ ਵਿਸ਼ਵਾਸ ਹੈ ਕਿ ਜੇ ਇਸ ਚੀਜ਼ ਨੂੰ ਕੋਈ ਖਤਮ ਕਰ ਸਕੇਗਾ ਤੇ ਜੀਤਮਿੰਦਰ ਸਿੰਘ ਸਿੱਧੂ ਕਰ ਸਕੇਗਾ। ਜੀਤਮਿੰਦਰ ਸਿੰਘ ਨੂੰ ਇਹ ਚੀਜ਼ ਦਾ ਤਾਂ ਵਿਸ਼ਵਾਸ ਹੈ, ਪਰ ਗੱਲ ਕਰੀਏ ਇੱਥੋਂ ਦੀ ਰਿਫਾਈਨਰੀ ਦੀ। ਮੈਂ ਗੱਲਬਾਤ ਕਰਕੇ ਆਇਆ ਲੋਕਾਂ ਨਾਲ, ਉਹ ਕਹਿੰਦੇ ਜੀ ਰਿਫਾਈਨਰੀ ਨੇ ਸਾਨੂੰ ਦਿੱਤਾ ਕੁਛ ਨਹੀਂ। ਕਈਆਂ ਦੇ ਘਰ ਭਰਤੇ ਆ ਰਿਫਾਈਨਰੀ ਨੇ, ਪਰ ਪੰਜਾਬੀਆਂ ਨੂੰ ਨਾ ਉੱਥੇ ਰੁਜ਼ਗਾਰ ਮਿਲਿਆ, ਨਾ ਪ੍ਰਦੂਸ਼ਣ ਨਾਲ ਸਿਹਤ ਵਿਗੜ ਗਈ। ਇਹਦੇ ਬਾਰੇ ਕਿਤੇ ਗੱਲ ਨਹੀਂ ਕੀਤੀ ਕਿਸੇ ਨੇ ਵੀ। ਦੇਖੋ ਜੀ, ਗੱਲ ਕੀਤੀ ਹੈ ਤੁਸੀਂ। ਜੇ ਮੇਰੀਆਂ ਸਟੇਟਮੈਂਟਸ ਦੇਖੋ, ਮੇਰੀਆਂ ਪਿਛਲੀਆਂ ਇੰਟਰਵਿਊਜ਼ ਦੇਖੋ, ਇੱਥੇ ਜਿਹੜਾ ਹਲਕਾ ਇੰਚਾਰਜ ਹੈ ਤੇ ਜੋ ਇੱਥੇ MLA ਬਣੀ ਸੀ, ਨਾਅਰੇ ਵੱਡੇ ਸੀ, ਝੂਠੇ ਨਾਅਰੇ ਸੀ। ਇਨਕਲਾਬ ਜ਼ਿੰਦਾਬਾਦ, ਬਦਲਾਅ ਲਿਆਉਣ ਦੀ ਗੱਲਾਂ ਕਰਦੇ ਸੀ। ਬਦਲਾਅ ਹਲਕੇ 'ਚ ਤਾਂ ਕੋਈ ਆਇਆ ਨਹੀਂ, ਨਾ ਹੀ ਉਹ ਕਿਤੇ ਦਿਖੀ ਹੈ ਪਿਛਲੇ 5 ਸਾਲ 'ਚ। ਤੇ ਇੱਕ ਕੰਮ ਜ਼ਰੂਰ ਉਹਨੇ ਕੀਤਾ ਹੈ ਕਿ ਆਪਦੇ ਪਰਿਵਾਰ ਨੂੰ ਉੱਥੇ ਦਫ਼ਤਰ ਖਿਲਾ ਕੇ ਰਿਫਾਈਨਰੀ ਵਾਲਿਆਂ ਨਾਲ ਮਿਲ ਕੇ ਉਹਨਾਂ ਨੇ ਆਪਦਾ ਵਪਾਰ ਸ਼ੁਰੂ ਕਰਕੇ ਕਰੋੜਾਂ ਰੁਪਈਆ ਰਿਫਾਈਨਰੀ 'ਚੋਂ ਮਹੀਨੇ ਦਾ ਉਹ ਇਕੱਠਾ ਕਰਦੇ ਨੇ। ਸੋ ਉਹਨਾਂ ਵਾਸਤੇ ਤਾਂ ਇਹ ਮੈਂ ਸਮਝਦਾ ਬਹੁਤ ਵੱਡਾ ਇਨਕਲਾਬ ਆਇਆ ਘਰ 'ਚ। ਪਰ ਲੋਕਾਂ ਨਾਲ ਬੇਇਨਸਾਫੀ ਹੋਈ ਹੈ, ਲੋਕਾਂ ਨਾਲ ਧੱਕਾ, ਖਾਸ ਕਰਕੇ ਉੱਥੇ ਪਿੰਡ ਕਣਕਵਾਲ, ਫੁੱਲੋ ਖਾਰੀ, ਰਾਮਸਰਾ, ਗਿਆਨਾ, ਤਰਖਾਣ ਵਾਲਾ, ਉੱਥੋਂ ਦੇ ਜਿਹੜੇ ਨੌਜਵਾਨ ਵੀਰ ਸੀ, ਕੁਝ ਪਰਿਵਾਰ ਸੀ ਜਿਹੜੇ ਅੰਦਰ ਕੰਮ ਕਰ ਰਹੇ ਸੀ। ਕਿਸੇ ਦੀ ਕ੍ਰੇਨ ਸੀ, ਕਿਸੇ ਦੀ JCB ਸੀ, ਕਿਸੇ ਦੀ ਟੈਕਸੀ ਚੱਲਦੀ ਸੀ, ਕਿਸੇ ਦਾ ਟਰੱਕ ਚੱਲਦਾ ਸੀ। ਸਾਰੇ ਬੰਦ ਕਰਾ ਕੇ ਇਹਨਾਂ ਨੇ ਆਪਦਾ ਉੱਥੇ ਬਿਜ਼ਨਸ ਸ਼ੁਰੂ ਕਰਤਾ, ਆਪਦੀਆਂ ਗੱਡੀਆਂ ਪਾਤੀਆਂ, ਹਿੱਸੇ ਪਾ ਲਏ। ਤੇ ਲੋਕਾਂ ਦਾ, ਖਾਸ ਕਰਕੇ ਹਲਕਾ ਤਲਵੰਡੀ ਸਾਬੋ ਦੇ ਲੋਕਾਂ ਦਾ ਬਹੁਤ ਵੱਡਾ ਇਹਨਾਂ ਨੇ ਨੁਕਸਾਨ ਕੀਤਾ। ਤੇ ਮੈਂ ਕਹਿੰਦਾ ਕਿ ਇਹ ਕੰਮ ਬੰਦ ਹੋਣਾ ਚਾਹੀਦਾ। ਜਿਹੜੇ ਇੱਥੇ ਲੋਕ ਨੇ, ਖਾਸ ਕਰਕੇ ਹਲਕਾ ਤਲਵੰਡੀ ਸਾਬੋ ਦੇ, ਜੋ ਫੈਸਲਾ ਕੀਤਾ ਅਸੀਂ ਕਿ ਸਾਡੀ ਸਰਕਾਰ ਆਊਗੀ, ਅਸੀਂ MLA ਬਣਾਂਗੇ ਤੇ 75% ਜਿਹੜੀਆਂ ਨੌਕਰੀਆਂ ਨੇ ਉਹ ਯੋਗਤਾ ਦੇ ਮੁਤਾਬਕ ਉਹ ਲੋਕਲ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ। ਤੇ ਰਿਫਾਈਨਰੀ 'ਚ ਵੀ ਬਹੁਤ ਵੱਡੇ ਕਫਲੇ ਨੇ। ਤੇ ਜੇ ਸਮਾਂ ਮਿਲਿਆ ਸੇਵਾ ਕਰਨ ਦਾ ਬਤੌਰ MLA, ਮੈਂ ਤਾਂ CBI ਦੀ ਇਨਕੁਆਇਰੀ ਮੰਗਾਂਗਾ ਕਿ ਇੱਥੇ ਜੋ ਹੋਇਆ ਹੈ, ਬੇਸ਼ੱਕ ਉਹ ਰਿਫਾਈਨਰੀ ਦੇ ਮੁਲਾਜ਼ਮ ਨੇ ਜਾਂ ਉਹਨਾਂ ਨਾਲ ਮਿਲ ਕੇ ਜਿਨ੍ਹਾਂ ਨੇ ਇੱਥੇ ਜ਼ਮੀਨਾਂ ਦੇ ਕਫਲੇ ਕੀਤੇ ਨੇ, ਜਾਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ MLA ਨਾਲ ਮਿਲ ਕੇ, ਜਾਂ ਹਲਕਾ ਇੰਚਾਰਜ ਜਿਹੜੇ ਆਪਸ 'ਚ ਦੋਨੋਂ ਹੁਣ ਪਾਰਟਨਰ ਨੇ ਇਨ ਕ੍ਰਾਈਮ of looting the people of Talwandi Sabo of their livelihood and their income। ਸੋ ਉਹ ਸਾਰਾ ਕੁਝ ਪਰਦਾਫਾਸ਼ ਕਰਾਂਗੇ। ਸਭ ਤੋਂ ਵੱਡੇ ਅਹਿਮ ਮਸਲੇ ਨਸ਼ਿਆਂ ਤੋਂ ਬਿਨਾਂ ਹੋਰ ਗੱਲ ਕਰੀਏ, ਇਲਾਕਾ ਬੜਾ ਪਛੜਿਆ ਹੈ। ਐਜੂਕੇਸ਼ਨ ਦੀ ਹੱਬ ਹੈ ਤਲਵੰਡੀ ਸਾਬੋ, ਗੁਰੂ ਕੀ ਕਾਸ਼ੀ ਮੰਨਿਆ ਜਾਂਦਾ, ਵਿੱਦਿਆ ਦਾ ਕੇਂਦਰ ਹੈ। ਪਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਵਿੱਦਿਆ ਦੇ ਮੁਤਾਬਕ, ਪਰ ਫਿਰ ਵੀ ਅਸੀਂ ਇੱਥੇ ਮੈਂ ਗੱਲ ਹੋਈ, ਕਹਿੰਦੇ ਜੀ ਸਾਨੂੰ 4th ਕਲਾਸ ਤੋਂ ਉੱਤੇ ਨੌਕਰੀਆਂ ਨਾ ਥਰਮਲ 'ਚ ਮਿਲੀਆਂ ਤੇ ਨਾ ਰਿਫਾਈਨਰੀ 'ਚ। ਬਿਲਕੁਲ ਠੀਕ ਹੈ ਜੀ, ਕਿਉਂਕਿ ਦੇਖੋ ਬੇਸਿਕ ਜਿਹੜੀ ਐਜੂਕੇਸ਼ਨ ਹੈ ਉਹ ਇਸ ਇਲਾਕੇ ਨੂੰ ਲੈਕ ਕਰ ਰਹੀ ਸੀ ਜੀ। ਬੇਸ਼ੱਕ ਇੱਥੇ ਹੁਣ 3 ਯੂਨੀਵਰਸਿਟੀਆਂ ਨੇ, 2 ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਇੱਕ ਪੰਜਾਬੀ ਯੂਨੀਵਰਸਿਟੀ ਦਾ ਕੈਂਪਸ ਯੂਨੀਵਰਸਿਟੀ ਦਾ ਇੱਥੇ ਹੈਗਾ। ਬਟ ਸਟਿਲ ਜਿਹੜੀ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ, ਇਹ ਜਿਹੜੀ ਇੱਥੇ ਬੇਸ਼ੱਕ ਉਹ ਰਿਫਾਈਨਰੀ ਹੈ, ਬੇਸ਼ੱਕ ਉਹ ਤਲਵੰਡੀ ਸਾਬੋ ਥਰਮਲ ਪਲਾਂਟ ਹੈ, ਜਾਂ ਜਿਹੜਾ ਇੱਕ ਨਵਾਂ ਇਥਨੋਲ ਦਾ ਸਾਡੇ ਨਸੀਬਪੁਰੇ ਕਈ ਹਜ਼ਾਰ ਕਰੋੜ ਦਾ ਲੱਗ ਰਿਹਾ ਹੈ। ਇਸ ਚੀਜ਼ ਨੂੰ ਦੇਖਦੇ ਹੋਏ ਦੇਖੋ, ਪ੍ਰਾਈਵੇਟ ਅਦਾਰੇ ਨੇ, ਇੱਕ ਸੈਮੀ ਗਵਰਨਮੈਂਟ ਹੈ, 2 ਪ੍ਰਾਈਵੇਟ ਅਦਾਰੇ। ਜਦ ਤੱਕ ਕੋਈ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਇਹ ਬਾਉਂਡ ਨਹੀਂ ਹੋ ਸਕਦੇ ਪ੍ਰਾਈਵੇਟ ਅਦਾਰੇ ਕਿ ਇਹਨਾਂ ਨੇ ਇੱਥੋਂ ਲੋਕ ਰੱਖਣੇ ਨੇ। ਇਸ ਕਰਕੇ ਇੱਥੇ ਕੁਆਲੀਫਾਈਡ ਲੋਕ ਵੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਓਪਰਚੁਨਿਟੀ ਨਹੀਂ ਮਿਲਦੀ। ਮੈਕਸਿਮਮ ਕੀ ਕਿਸੇ ਨੂੰ ਸਿਕਿਉਰਿਟੀ 'ਚ ਰੱਖ ਲਓ, ਕਿਸੇ ਨੂੰ ਡਰਾਈਵਰ ਰੱਖ ਲਓ, ਕਿ ਸਾਡੇ ਬੱਚੇ ਇੱਥੇ BA ਕਰਕੇ, MA ਕਰਕੇ, BSc ਕਰਕੇ, ਡਿਪਲੋਮਾ ਕਰਕੇ, ਕਿ ਉਹ ਇਕੱਲੇ ਡਰਾਈਵਰ ਤੇ ਸਿਕਿਉਰਿਟੀ ਗਾਰਡ ਹੀ ਰਹਿ ਗਏ। ਸੋ ਇਸ ਕਰਕੇ ਜੋ ਯੋਗਤਾ ਹੈ, ਦੇਖੋ ਕੋਈ ਕੈਮੀਕਲ ਪ੍ਰੋਫੈਸ਼ਨਲ ਹੈ ਜਿਹਨੂੰ ਇੱਥੇ ਰੱਖਿਆ ਜਾ ਸਕਦਾ ਹੈ, ਇੱਥੇ ਆਪਣੇ ਉਹ ਪੋਸਟ ਹੈਗੀ, ਪਰ ਉਹ ਕੁਆਲੀਫਾਈਡ ਕੋਈ ਹਲਕਾ ਤਲਵੰਡੀ ਸਾਬੋ 'ਚੋਂ ਅੱਜ ਦੀ ਘੜੀ ਹੈ ਨਹੀਂਗਾ। ਠੀਕ ਹੈ, ਤੁਸੀਂ 1% 2% ਬਾਹਰੋਂ ਲੈ ਆਓ, ਪਰ ਜਿਹੜੀਆਂ ਰੋਜ਼ਮर्रा ਦੀਆਂ ਵੈਲਡਰਸ ਹੋ ਗਏ, ਹੋਰ ਜਿਹੜੇ ਮਤਲਬ ਸੈਕੰਡ ਗ੍ਰੇਡ ਦੀਆਂ ਪੋਸਟ ਹੁੰਦੀਆਂ, ਜਾਂ ਹੋਰ ਜਿਹੜੀਆਂ ਪੋਸਟ ਹੁੰਦੀਆਂ ਜਿਹੜੀਆਂ ਬਿਲਕੁਲ ਸੁਪਰ ਸਪੈਸ਼ਲਿਸਟ ਨਹੀਂ ਹੁੰਦੀਆਂ,
ਉਹ ਤਾਂ ਤੁਸੀਂ ਲੋਕਲ ਟੈਲੈਂਟ ਲੱਭ ਸਕਦੇ ਹੋ। ਇੱਥੇ ਤੁਸੀਂ ਸਪੈਸ਼ਲ ਕੋਰਸਿਸ ਰਿਫਾਈਨਰੀ ਵਾਲਿਆਂ ਨੂੰ ਮੈਂ ਇੰਨੀ ਵਾਰ ਕਿਹਾ ਕਿ ਆਈ ਡੋਂਟ ਯੂ ਸਟਾਰਟ ਸਮ ਸਪੈਸ਼ਲ ਕੋਰਸਿਸ, ਸਪੈਸੀਫਿਕ ਕੋਰਸਿਸ ਰਿਲੇਟਡ ਟੂ ਦੀ ਰਿਫਾਈਨਰੀ ਔਰ ਥਰਮਲ, ਤਾਂ ਕਿ ਉਹ ਬੱਚੇ 6 ਮਹੀਨੇ, ਸਾਲ, 2 ਸਾਲ 'ਚ ਉਹ ਕੋਰਸ ਕਰਕੇ ਤੇ ਤੁਸੀਂ ਉਹਨਾਂ ਨੂੰ ਇੰਪਲੋਏ ਕਰ ਲਓ। ਕਿੱਡਾ ਵੱਡਾ ਵਾਪਸ ਸੋਸਾਇਟੀ ਨੂੰ ਦੇਣ ਵਾਲੀ ਗੱਲ ਹੈ। ਬਟ ਦੇ ਹੈਵ, ਤਾਂ ਹੀ ਮੈਂ ਕਿਹਾ ਨਾ ਜੀ, ਇੱਥੇ ਬਹੁਤ ਵੱਡੇ ਸਰਟਨ ਪੀਪਲ ਹੈਵ ਗ੍ਰੈਬਡ ਦ ਰਿਫਾਈਨਰੀ ਤੇ ਕਿਸੇ ਹੋਰ ਨੂੰ ਅੰਦਰ ਵੜਨ ਨਹੀਂ ਦਿੰਦੇ ਕਿ ਇਹ ਵੜ ਕੇ ਕਿਤੇ ਸਾਡੇ ਜਿਹੜੇ ਇੱਥੇ ਕਾਲੇ ਧੰਦੇ ਚੱਲਦੇ ਨੇ ਉਹਨਾਂ ਪ੍ਰਤੀ ਜਾਣ ਨਾ ਲਵੇ, ਉਹਨਾਂ ਪ੍ਰਤੀ ਚਾਨਣਾ ਨਾ ਕਰਦੇ ਕਿਸੇ ਨੂੰ। ਸੋ ਇਹ ਗੱਲਾਂ ਤਾਂ ਤਮਾਮ ਹੋ ਗਈਆਂ। ਗੁਰੂ ਕਾ ਪੰਥਕ ਇਲਾਕਾ ਹੈਗਾ, ਪੰਥਕ ਪਾਰਟੀ ਵੀ ਮੰਨੀ ਜਾਂਦੀ ਹੈ ਤੁਹਾਡੀ, ਪਰ ਪਿਛਲੇ ਸਮੇਂ ਦੇ ਉੱਤੇ ਪੰਥਕ ਪਾਰਟੀ ਨੂੰ ਇੱਕ ਬਹੁਤ ਵੱਡੀ ਚੁਣੌਤੀ ਝੱਲਣੀ ਪਈ ਹੈ ਗੁਰੂ ਮਹਾਰਾਜ ਦੀ ਬੇਅਦਬੀ ਦੀ। ਉਸ ਤੋਂ ਇਲਾਵਾ ਤੁਹਾਡੇ ਜਿਹੜੇ ਇੱਕ ਪ੍ਰੋਮੀਨੈਂਟ ਲੀਡਰ ਨੇ ਉਹਨਾਂ ਦੇ ਉੱਤੇ ਵੀ ਨਸ਼ਿਆਂ ਨੂੰ ਲੈ ਕੇ ਮਾਮਲਾ, ਇਹਨਾਂ ਚੀਜ਼ਾਂ ਨੂੰ ਕਾਊਂਟਰ ਕਿਵੇਂ ਕਰੋਗੇ ਤੁਸੀਂ? ਦੇਖੋ, ਕਾਊਂਟਰ ਤਾਂ ਇਹ ਹੈ ਕਿ ਹੁਣ 5 ਸਾਲ ਹੋ ਗਏ ਅਸੀਂ, ਮੈਂ, ਮੇਰੀ ਪਾਰਟੀ ਦੀ ਲੀਡਰਸ਼ਿਪ ਕਹਿ ਰਹੀ ਹੈ ਬਾਰ-ਬਾਰ ਕਿ ਜਿਹਨੇ ਬੇਅਦਬੀ ਕੀਤੀ ਹੈ ਉਹਨੂੰ ਫਾਂਸੀ ਦਿਓ, ਜਿਹਨੇ ਕੀਤੀ ਉਹ ਲੋਕੀ ਲੱਭ ਕੇ ਤੁਸੀਂ ਉਹਨਾਂ ਨੂੰ ਜੋ ਬਣਦਾ ਉਹਨਾਂ ਨੂੰ ਸਜ਼ਾ ਦਿਓ, ਉਹਨਾਂ ਦੇ ਜਿਹੜੇ ਚਿਹਰੇ ਨੇ ਉਹ ਸਾਹਮਣੇ ਲਿਆਓ। ਪਰ ਤੁਸੀਂ ਦੇਖੋ, ਇਹ 5 ਸਾਲ ਇਸ ਕਾਂਗਰਸ ਸਰਕਾਰ ਨੇ ਉਸ ਬੇਅਦਬੀ ਤੇ ਜਿਹੜਾ ਹਰ ਸਿੱਖ, ਹਰ ਪੰਜਾਬੀ ਦੁਨੀਆ 'ਚ ਕਿਤੇ ਬੈਠਾ ਹੈ ਉਹਦਾ ਦਿਲ ਦੁਖਦਾ ਹੈ ਇਸ ਚੀਜ਼ ਨੂੰ ਸੁਣ ਕੇ ਤੇ ਸਮਝ ਕੇ ਕੀ ਹੋਇਆ ਕੀ ਸੀ। ਤੇ ਇਹਨਾਂ ਨੇ ਸਿਰਫ ਸਿਆਸਤ ਕੀਤੀ ਹੈ ਤੇ ਸਿਆਸਤ ਸਿਰਫ ਵੋਟਾਂ ਪਿੱਛੇ ਕੀਤੀ ਹੈ। ਇਹਨਾਂ ਨੇ ਜੇ ਚਾਹੁੰਦੇ ਕਿ 5 ਸਾਲ ਬਹੁਤ ਸਮਾਂ ਹੁੰਦਾ ਹੈ ਕਿ ਸਹੀ ਕਲਪਰੇਟ ਇਹ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾ ਦਵਾ ਸਕਦੇ ਸੀ। ਸੋ ਮੈਂ ਸਮਝਦਾ ਕਾਂਗਰਸ ਪਾਰਟੀ ਨੇ ਸਿਰਫ ਸਿਆਸਤ ਦੇ ਉਸ ਦੇ ਉੱਤੇ ਇਹਨਾਂ ਨੇ ਇਸ ਮੁੱਦੇ ਨੂੰ ਖਤਮ ਨਹੀਂ ਕਰਨ ਦਿੱਤਾ, ਤਾਂ ਕਿ ਅਸੀਂ ਹਮੇਸ਼ਾ ਹੀ ਜਦੋਂ ਵੀ ਕੋਈ ਵੋਟਾਂ ਦੀ ਗੱਲ ਆਉਂਦੀ ਹੈ, ਇਹ ਪਾਰਲੀਮੈਂਟ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਸੀ ਤੇ ਹੁਣ ਵੀ ਤੁਸੀਂ ਦੇਖ ਹੀ ਰਹੇ ਹੋ ਕਿ ਹੁਣ ਹੌਲੀ ਦੁਬਾਰਾ ਉਹੀ ਗੱਲਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਅਸੀਂ ਲੋਕਾਂ ਨੂੰ ਫਿਰ ਜਜ਼ਬਾਤੀ ਕਰ ਦਈਏ। ਤੇ ਅਸੀਂ ਤਾਂ ਕਹਿੰਦੇ ਹਾਂ ਕੋਈ ਹੈ, ਤੁਸੀਂ ਦੇਖੋ ਪਿਛਲੇ 5 ਸਾਲ 'ਚ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਜੀ, ਕੋਈ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਇਸ 'ਚ ਕੋਈ ਅਕਿਊਜ਼ਡ ਜਾਂ ਕੋਈ ਨਾ ਹੀ ਆਇਆ ਹੋਵੇ, ਠੀਕ ਹੈ, ਕੋਈ ਨਹੀਂ ਆਇਆ। ਇਹ ਸਿਰਫ ਇਹਨਾਂ ਨੇ ਇਮੈਜਿਨਰੀ ਇਹ ਬਣਾਤਾ ਕਿਉਂਕਿ ਉਦੋਂ ਸਰਕਾਰ ਅਕਾਲੀ ਦਲ ਦੀ ਸੀ। ਸੋ ਸਾਰਾ ਕੁਝ ਇਹ ਕਿ ਜੇ ਅਕਾਲੀ ਦਲ ਨੇ ਕਰਾਇਆ, ਜੇ ਕਰਾਇਆ ਤਾਂ ਤੁਸੀਂ 5 ਸਾਲ ਸਰਕਾਰ 'ਚ ਰਹੇ ਹੋ, ਯੂ ਸ਼ੁਡ ਹੈਵ ਟੇਕਨ ਐਕਸ਼ਨ। ਸੋ ਸਿਆਸਤ ਨਾ ਕਰੋ ਗੁਰੂ ਦੇ ਨਾਮ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਮ। ਅੱਛਾ, ਲਾਸਟ ਦੇ ਵਿੱਚ ਇੱਕ ਮੌੜ ਬੰਬ ਧਮਾਕਾ ਹੋਇਆ ਸੀ, ਇਹੀ ਦਿਨ ਸੀ, ਉਹਦਾ ਇਫੈਕਟ ਕੀ ਨਜ਼ਰ ਦੇਖਦੇ ਹੋ? ਕਿਉਂਕਿ ਗੁਆਂਢੀ ਸੂਬਾ ਹੈ ਤੇ ਜਿਨ੍ਹਾਂ ਤੇ ਉਸ ਵਕਤ ਹਮਲਾ ਵੀ ਹੋਇਆ ਸੀ ਉਹ ਵੀ ਚਰਚਾ 'ਚ ਨੇ ਕਿ ਤਲਵੰਡੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਾਂ ਕਿਸੇ ਤਰ੍ਹਾਂ ਵੀ ਲੜਨ ਦੀ ਗੱਲ ਕਰ ਰਹੇ ਨੇ। ਦੇਖੋ, ਜਿੱਥੇ ਤੱਕ ਕੋਈ ਉਮੀਦਵਾਰ ਆਜ਼ਾਦ ਲੜਨ ਦੀ ਗੱਲ ਕਰ ਰਿਹਾ ਉਹ ਤਾਂ ਉਹਦੀ ਮਰਜ਼ੀ ਹੈ ਜੀ, ਕਿਸੇ ਨੇ ਡੈਮੋਕ੍ਰੇਸੀ ਹੈ, ਕੋਈ ਇਲੈਕਸ਼ਨ ਲੜੇ ਨਾ ਲੜੇ ਉਹਦੀ ਮਰਜ਼ੀ ਹੈ। ਪਰ ਜਿੱਥੇ ਤੱਕ ਗੱਲ ਮੌੜ ਬੰਬ ਬਲਾਸਟ ਦੀ ਹੈ, ਉਹ ਵੀ ਮੈਂ ਸਮਝਦਾ ਕਿ ਪੰਜਾਬ ਸਰਕਾਰ ਦੀ ਪਿਛਲੇ 5 ਸਾਲ ਦੀ ਨਲਾਇਕੀ ਹੈ ਕਿ ਕਲਪਰੇਟਸ ਨਹੀਂ ਲੱਭੇ ਗਏ ਤੇ ਉਹਨਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਤੇ ਇਕੱਲਾ ਉਹੀ ਨਹੀਂ ਕਿ ਦੋਸ਼ੀ ਲੱਭੇ ਜਾਂਦੇ ਤੇ ਉਹਨਾਂ ਨੂੰ ਸਜ਼ਾ ਮਿਲਦੀ, ਕਿ ਜਿਹੜੇ ਵਿਚਾਰਿਆਂ ਨੇ ਜਾਨਾਂ ਗਵਾਈਆਂ, ਅੱਜ ਵੀ ਤੁਸੀਂ ਜੇ ਮੌੜ ਜਾਂਦੇ ਹੋ ਉੱਥੇ ਕੁਝ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੇ ਜੀ ਅੱਜ ਉਹ ਹੈਂਡੀਕੈਪਟ ਹੋਏ ਪਏ ਨੇ, ਉਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ। ਸੋ ਇਸ ਕਰਕੇ ਇਹ ਸਰਕਾਰ ਜਿਹੜੀ ਪਿਛਲੇ 5 ਸਾਲ ਕਾਂਗਰਸ ਦੀ ਰਹੀ ਹੈ, 2 ਮੁੱਖ ਮੰਤਰੀ ਇਹਨਾਂ ਨੇ ਦੇਖੇ ਨੇ, ਇਹ ਅਟਰਲੀ ਫੇਲੀਅਰ ਰਹੀ ਹੈ ਤੇ ਇਹਨਾਂ ਨੇ ਆਪਦੀ ਸਿਰਫ ਇੱਕ ਪਬਲਿਸਿਟੀ ਕਰਨ ਤੋਂ ਇਲਾਵਾ ਹੋਰ ਇਹਨਾਂ ਨੇ ਕੋਈ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਕੋਈ ਕੰਮ ਨਹੀਂ ਕੀਤਾ ਜਿਹੜਾ ਕਿ ਲੋਕੀ ਕਹਿ ਸਕਣ ਕਿ ਹਾਂ ਬਈ ਇਹ ਆਉਣ ਵਾਲੇ ਸਮੇਂ ਵਿੱਚ ਜਦੋਂ ਹੁਣ ਵੋਟਾਂ ਪੈਣਗੀਆਂ ਕਿ ਸਾਡੇ ਵੋਟ ਦੇ ਹੱਕਦਾਰ ਨੇ। ਸੋ ਇਹ ਸੰਜੀਤ ਪਿੰਦਰ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਦੇ ਤਲਵੰਡੀ ਸਾਬੋ ਤੋਂ ਉਮੀਦਵਾਰ। ਹੋਰ ਉਮੀਦਵਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਹੇਠਾਂ ਕਮੈਂਟ ਜ਼ਰੂਰ ਕਰ ਦੇਣਾ। ਧੰਨਵਾਦ ਤੁਹਾਡਾ ਜੀ ਸਮਾਂ ਦੇਣ ਦੇ ਲਈ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਮਿਹਰਬਾਨੀ।